Good morning, dear students. I am Naresh Bansal. Today we will study the third chapter of your book, Thinking Out of the Box Lateral Thinking. In this lesson, first we will discuss the summary of the lesson with its explanation in Punjabi and then short answer type questions, and after that, we will discuss the long answer type questions. Now, let us start the chapter. First, summary of the lesson. Lateral thinking is creative or non-linear thinking. Lateral thinking यानी गैर रवायती सोच तो भाव रचनात्मक ਜਾਂ ਲਕੀਰ ਤੋਂ ਹਟ ਕੇ ਸੋਚਣਾ ਹੈ। ਇਟ ਇਜ਼ ਥਿੰਕਿੰਗ ਡਿਫਰੈਂਟਲੀ ਔਰ ਡੂਇੰਗ ਸਮਥਿੰਗ ਡਿਫਰੈਂਟ। ਇਸ ਦਾ ਮਤਲਬ ਕੁਝ ਅਲੱਗ ਸੋਚਣਾ ਜਾਂ ਕੁਝ ਅਲੱਗ ਕਰਨਾ ਹੈ। ਦੈਟ ਮਾਈਟ ਬੀ ਕੁਆਇਟ ਨੋਵਲ ਐਂਡ ਅਨਕਨਵੈਨਸ਼ਨਲ ਇਨ ਨੇਚਰ, ਜੋ ਬਿਲਕੁਲ ਨਵਾਂ ਜਾਂ ਗੈਰ ਪਰੰਪਰਾਗਤ ਹੋ ਸਕਦਾ ਹੈ। ਦ ਰਾਈਟਰ ਐਕਸਪਲੇਨਸ ਦਿਸ ਵਿਦ ਦ ਹੈਲਪ ਆਫ ਟੂ ਸਟੋਰੀਜ਼। ਲੇਖਕ ਨੇ ਇਸ ਕਨਸੈਪਟ ਨੂੰ ਦੋ ਕਹਾਣੀਆਂ ਦੀ ਸਹਾਇਤਾ ਦੇ ਨਾਲ ਉਸ ਦਾ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਦ ਫਸਟ ਸਟੋਰੀ ਇਜ਼ ਆਫ ਏ ਫਾਰਮਰ। ਪਹਿਲੀ ਕਹਾਣੀ ਇੱਕ ਕਿਸਾਨ ਦੀ ਹੈ। ਹੀ ਵਾਜ਼ ਵੈਰੀ ਪੂਅਰ ਐਂਡ ਹੈਡ ਟੇਕਨ ਏ ਲਾਰਜ ਸਮ ਆਫ ਮਨੀ ਐਜ਼ ਏ ਲੋਨ ਫਰੋਮ ਦ ਵਿਲੇਜ ਮਨੀ ਲੈਂਡਰ। ਉਹ ਬਹੁਤ ਗਰੀਬ ਸੀ ਅਤੇ ਉਸ ਨੇ ਪਿੰਡ ਦੇ ਸ਼ਾਹੂਕਾਰ ਕੋਲੋਂ ਇੱਕ ਵੱਡੀ ਅਮਾਊਂਟ ਦੇ ਵਿੱਚ ਪੈਸਾ ਕਰਜ਼ੇ ਦੇ ਰੂਪ ਵਿੱਚ ਲਿਆ ਸੀ। ਹੀ ਵਾਜ਼ ਐਨ ਓਲਡ ਐਂਡ ਅਗਲੀ ਮੈਨ। ਉਹ ਇੱਕ ਬਜ਼ੁਰਗ ਅਤੇ ਬਦਸੂਰਤ ਆਦਮੀ ਸੀ। ਹੂ ਵਾਂਟਡ ਟੂ ਮੈਰੀ ਦਾ ਫਾਰਮਰਸ ਬਿਊਟੀਫੁਲ ਡਾਟਰ, ਜੋ ਕਿ ਕਿਸਾਨ ਦੀ ਖੂਬਸੂਰਤ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਸੋ ਹੀ ਪ੍ਰਪੋਜ਼ਡ ਬਾਰਗੇਨ, ਇਸ ਲਈ ਉਹਨੇ ਇੱਕ ਸੌਦੇ ਦੀ ਪੇਸ਼ਕਸ਼ ਕੀਤੀ। ਹੀ ਟੋਲਡ ਦੈਮ ਦੈਟ ਹੀ ਵੁੱਡ ਪੁੱਟ ਏ ਬਲੈਕ ਪੈਬਲ ਐਂਡ ਏ ਵਾਈਟ ਪੈਬਲ ਇਨਟੂ ਐਨ ਐਮਪਟੀ ਬੈਗ। ਸ਼ਾਹੂਕਾਰ ਨੇ ਉਹਨਾਂ ਨੂੰ ਦੱਸਿਆ ਕਿ ਉਹ ਇੱਕ ਖਾਲੀ ਬੈਗ ਦੇ ਵਿੱਚ ਇੱਕ ਕਾਲੇ ਰੰਗ ਦਾ ਪੱਥਰ ਅਤੇ ਇੱਕ ਚਿੱਟੇ ਰੰਗ ਦਾ ਪੱਥਰ ਪਾਵੇਗਾ। ਇਫ ਦ ਗਰਲ ਪਿਕਡ ਦ ਬਲੈਕ ਪੈਬਲ, ਜੇਕਰ ਲੜਕੀ ਨੇ ਕਾਲੇ ਰੰਗ ਦਾ ਪੱਥਰ ਚੁੱਕਿਆ, ਸ਼ੀ ਵੁੱਡ ਬਿਕਮ ਹਿਜ਼ ਵਾਈਫ, ਉਹ ਉਸ ਦੀ ਪਤਨੀ ਬਣ ਜਾਵੇਗੀ। ਐਂਡ ਹਰ ਫਾਦਰਜ਼ ਡੈਟ ਵੁੱਡ ਬੀ ਰਿਟਨ ਆਫ, ਅਤੇ ਉਸ ਦੇ ਪਿਤਾ ਦੇ ਕਰਜ਼ੇ ਨੂੰ ਮਾਫ ਕਰ ਦਿੱਤਾ ਜਾਵੇਗਾ। ਇਫ ਸ਼ੀ ਪਿਕਡ ਦ ਵਾਈਟ ਪੈਬਲ, ਸ਼ੀ ਨੀਡ ਨਾਟ ਮੈਰੀ ਹਿਮ। ਜੇਕਰ ਉਹ ਚਿੱਟੇ ਰੰਗ ਦਾ ਪੱਥਰ ਚੁੱਕਦੀ ਹੈ ਤਾਂ ਉਸ ਨੂੰ ਉਹਦੇ ਨਾਲ ਵਿਆਹ ਕਰਵਾਉਣ ਦੀ ਲੋੜ ਨਹੀਂ। ਐਂਡ ਹਰ ਫਾਦਰਜ਼ ਡੈਟ ਵੁੱਡ ਸਟਿਲ ਬੀ ਰਿਟਨ ਆਫ, ਅਤੇ ਉਸ ਦੇ ਪਿਤਾ ਦਾ ਕਰਜ਼ ਫਿਰ ਵੀ ਮਾਫ ਕਰ ਦਿੱਤਾ ਜਾਵੇਗਾ। ਬਟ ਇਫ ਸ਼ੀ ਰਿਫਿਊਜ਼ ਟੂ ਪਿਕ ਏ ਪੈਬਲ, ਦ ਫਾਰਮਰ ਵੁੱਡ ਬੀ ਥਰੋਨ ਇਨਟੂ ਅ ਜੇਲ। ਪਰ ਜੇਕਰ ਉਹ ਪੈਬਲ ਨੂੰ ਚੁੱਕਣ ਤੋਂ ਇਨਕਾਰ ਕਰਦੀ ਹੈ ਤਾਂ ਉਸ ਦੇ ਪਿਤਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। ਦੇ ਵਰ ਸਟੈਂਡਿੰਗ ਔਨ ਏ ਪਾਥ ਦੈਟ ਵਾਜ਼ ਫੁੱਲ ਆਫ ਪੈਬਲ। ਉਹ ਇੱਕ ਪੱਥਰਾਂ ਨਾਲ ਭਰੇ ਰਸਤੇ ਦੇ ਉੱਪਰ ਖੜ੍ਹੇ ਸੀ। ਦ ਸ਼ਾਰਪ ਆਈਡ ਗਰਲ ਨੋਟਿਸਡ ਦੈਟ ਦ ਮਨੀ ਲੈਂਡਰ ਹੈਡ ਪਿਕਡ ਅਪ ਟੂ ਬਲੈਕ ਪੈਬਲਸ ਐਂਡ ਪੁੱਟ ਦੈਮ ਇਨਟੂ ਦ ਬੈਗ। ਉਸ ਤੇਜ਼ ਨਜ਼ਰਾਂ ਵਾਲੀ ਲੜਕੀ ਨੇ ਦੇਖਿਆ ਕਿ ਸ਼ਾਹੂਕਾਰ ਨੇ ਦੋ ਕਾਲੇ ਰੰਗ ਦੇ ਪੱਥਰ ਚੁੱਕੇ ਅਤੇ ਉਹਨਾਂ ਨੂੰ ਬੈਗ ਦੇ ਵਿੱਚ ਪਾ ਦਿੱਤਾ। ਵਿਦਾਊਟ ਲੁਕਿੰਗ ਐਟ ਇਟ, ਬਿਨਾਂ ਉਸ ਵੱਲ ਦੇਖੇ, ਸ਼ੀ ਫੰਬਲਡ, ਉਹ ਝਿਜਕੀ, ਐਂਡ ਲੈਟ ਇਟ ਫਾਲ ਔਨ ਦਾ ਪਾਥ ਵੇਅਰ ਇਟ ਗੋਟ ਲੋਸਟ, ਅਤੇ ਉਸ ਨੂੰ ਉਸ ਰਸਤੇ 'ਤੇ ਡਿੱਗਣ ਦਿੱਤਾ ਜਿੱਥੇ ਕਿ ਉਹ ਹੋਰ ਦੂਸਰੇ ਪੱਥਰਾਂ ਦੇ ਵਿੱਚ ਗਵਾਚ ਗਿਆ। ਸ਼ੀ ਟੋਲਡ ਟੂ ਲੁੱਕ ਐਟ ਦ ਪੈਬਲ ਇਨ ਦ ਬੈਗ। ਉਸ ਨੇ ਬੈਗ ਅੰਦਰ ਪੈਬਲ ਨੂੰ ਦੇਖਣ ਦੇ ਲਈ ਕਿਹਾ। ਐਂਡ ਐਜ਼ਿਊਮ ਵਿਚ ਇਜ਼ ਲੋਸਟ, ਅਤੇ ਇਹ ਮੰਨਣ ਦੇ ਲਈ ਕਿਹਾ ਕਿ ਜਿਹੜਾ ਗਵਾਚ ਗਿਆ ਸੀ ਉਸ ਬਾਰੇ ਅਜ਼ਿਊਮ ਕਰਨ ਦੇ ਲਈ ਕਿਹਾ। ਐਜ਼ ਦ ਰਿਮੇਨਿੰਗ ਪੈਬਲ ਵਾਜ਼ ਬਲੈਕ, ਜਿਵੇਂ ਕਿ ਬਾਕੀ ਬਚਿਆ ਪੈਬਲ ਕਾਲੇ ਰੰਗ ਦਾ ਸੀ। ਇਟ ਵਾਜ਼ ਅਜ਼ਿਊਮਡ ਦੈਟ ਸ਼ੀ ਹੈਡ ਪਿਕਡ ਦ ਵਾਈਟ ਵਨ। ਇਹ ਮੰਨ ਲਿਆ ਗਿਆ ਕਿ ਉਸ ਨੇ ਚਿੱਟੇ ਰੰਗ ਦਾ ਪੱਥਰ ਚੁੱਕਿਆ ਸੀ। ਅਕੋਰਡਿੰਗ ਟੂ ਦ ਪ੍ਰੋਮਿਸ ਦ ਮਨੀ ਲੈਂਡਰ ਹੈਡ ਟੂ ਫੋਰਗੋ ਦ ਫਾਰਮਰਸ ਡੈਟ। ਵਾਅਦੇ ਦੇ ਮੁਤਾਬਕ ਸ਼ਾਹੂਕਾਰ ਨੂੰ ਉਸ ਕਿਸਾਨ ਦਾ ਕਰਜ਼ਾ ਮਾਫ ਕਰਨਾ ਪਿਆ। ਦਿਸ ਸਟੋਰੀ ਟੀਚਜ਼ ਅਸ ਦੈਟ ਐਵਰੀ ਪ੍ਰੋਬਲਮ ਹੈਜ਼ ਅ ਸਲਿਊਸ਼ਨ ਇਫ ਵਨ ਥਿੰਕਸ ਲੈਟਰਲੀ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਜੇਕਰ ਕੋਈ ਗੈਰ ਰਵਾਇਤੀ ਸੋਚ ਦੇ ਨਾਲ ਉਸ ਨੂੰ ਸੋਚੇ।
In the second story, a millionaire named Thomas goes to the Popular Bank in New York City and requested to speak to a loan officer. ਦੂਸਰੀ ਕਹਾਣੀ ਦੇ ਵਿੱਚ ਇੱਕ ਕਰੋੜਪਤੀ ਨਾਮ ਦਾ ਵਿਅਕਤੀ ਥਾਮਸ ਨਿਊਯਾਰਕ ਸਿਟੀ ਦੇ ਮਸ਼ਹੂਰ ਬੈਂਕ ਦੇ ਵਿੱਚ ਜਾਂਦਾ ਹੈ ਅਤੇ ਉਹ ਲੋਨ ਅਧਿਕਾਰੀ ਨੂੰ ਨਾਲ ਗੱਲਬਾਤ ਕਰਨ ਦੀ ਬੇਨਤੀ ਕਰਦਾ ਹੈ। He did not inform the staff about his riches. ਉਹ ਸਟਾਫ ਨੂੰ ਆਪਣੀ ਅਮੀਰੀ ਦੇ ਬਾਰੇ ਵਿੱਚ ਨਹੀਂ ਦੱਸਦਾ, but simply asked them to give a small loan of $5,000 as he had to go out for a few weeks. ਲੇਕਿਨ ਉਹ ਸਿਰਫ ਉਹਨਾਂ ਨੂੰ ਇੱਕ $5,000 ਦੀ ਛੋਟੀ ਜਿਹੀ ਰਕਮ ਕਰਜ਼ੇ ਦੇ ਰੂਪ ਵਿੱਚ ਦੇਣ ਲਈ ਕਹਿੰਦਾ ਹੈ, ਜਿਵੇਂ ਕਿ ਉਸਨੇ ਕੁਝ ਹਫ਼ਤਿਆਂ ਦੇ ਲਈ ਬਾਹਰ ਜਾਣਾ ਸੀ। When the bank asked for security, Thomas gave them his new Ferrari as security on the loan. ਜਦੋਂ ਬੈਂਕ ਨੇ ਥਾਮਸ ਨੂੰ ਜ਼ਮਾਨਤ ਦੇ ਲਈ ਪੁੱਛਿਆ ਤਾਂ ਥਾਮਸ ਨੇ ਕਰਜ਼ੇ ਦੀ ਜ਼ਮਾਨਤ ਦੇ ਰੂਪ ਵਿੱਚ ਉਹਨਾਂ ਨੂੰ ਆਪਣੀ ਨਵੀਂ ਫਰਾਰੀ ਕਾਰ ਦੇ ਦਿੱਤੀ। After 2 weeks, Thomas came back to the bank. 2 ਹਫ਼ਤਿਆਂ ਬਾਅਦ ਥਾਮਸ ਬੈਂਕ ਵਾਪਸ ਆਇਆ and gave back the money to the bank with the interest, ਤੇ ਉਸ ਨੇ ਵਿਆਜ ਸਹਿਤ ਪੈਸਾ ਜਿਹੜਾ ਬੈਂਕ ਨੂੰ ਵਾਪਸ ਦੇ ਦਿੱਤਾ। Thus with the lateral thinking, Thomas succeeded to park his new Ferrari car in the bank underground garage for 2 weeks for just $15. ਇਸ ਤਰ੍ਹਾਂ ਥਾਮਸ ਗੈਰ ਰਵਾਇਤੀ ਸੋਚ ਦੇ ਨਾਲ $15 ਦੇ ਵਿੱਚ ਉਹ ਆਪਣੇ ਬੈਂਕ ਦੇ ਅੰਡਰਗਰਾਊਂਡ ਗੈਰੇਜ ਦੇ ਵਿੱਚ ਆਪਣੀ ਨਵੀਂ ਫਰਾਰੀ ਕਾਰ ਜਿਹੜੀ ਸੀ ਉਹ ਪਾਰਕ ਕਰਨ ਦੇ ਵਿੱਚ ਸਫਲ ਹੋਇਆ। ਲੈਟਰਲ ਥਿੰਕਿੰਗ ਕੈਨ ਆਲਸੋ ਬੀ ਸੀਨ ਇਨ ਕ੍ਰਿਕਟ ਆਲਸੋ। ਲੈਟਰਲ ਥਿੰਕਿੰਗ ਨੂੰ ਕ੍ਰਿਕਟ ਦੇ ਖੇਤਰ ਵਿੱਚ ਵੀ ਦੇਖਿਆ ਜਾ ਸਕਦਾ ਹੈ। ਅਕੋਰਡਿੰਗ ਟੂ ਐਡਵਰਡ ਡੀ ਬੋਨੋ, ਲੈਟਰਲ ਥਿੰਕਿੰਗ ਇਜ਼ ਕੰਸਰਨਡ ਨਾਟ ਵਿਦ ਪਲੇਇੰਗ ਵਿਦ ਐਗਜ਼ਿਸਟਿੰਗ ਪੀਸਸ ਬਟ ਸੀਕ ਟੂ ਚੇਂਜ ਦੋਜ਼ ਵੈਰੀ ਪੀਸਸ। ਐਡਵਰਡ ਡੀ ਬੋਨੋ ਦੇ ਮੁਤਾਬਕ ਲੈਟਰਲ ਥਿੰਕਿੰਗ ਦਾ ਸੰਬੰਧ ਪਹਿਲਾਂ ਤੋਂ ਹੀ ਹੋਂਦ ਵਿੱਚ ਪਏ ਟੁਕੜਿਆਂ ਦੇ ਨਾਲ ਖੇਡਣ ਤੋਂ ਨਹੀਂ, ਬਲਕਿ ਉਹਨਾਂ ਟੁਕੜਿਆਂ ਨੂੰ ਬਦਲਣ ਤੋਂ ਹੈ। ਨਾਓ we will discuss short answer type questions. First one, what was the proposal given to the farmer by the money lender? ਸ਼ਾਹੂਕਾਰ ਨੇ ਕਿਸਾਨ ਨੂੰ ਕੀ ਪੇਸ਼ਕਸ਼ ਕੀਤੀ? The proposal was that he would forego the farmer's debt if he could marry his daughter. ਪੇਸ਼ਕਸ਼ ਇਹ ਸੀ ਕਿ ਉਹ ਜੇਕਰ ਕਿਸਾਨ ਆਪਣੀ ਲੜਕੀ ਦਾ ਵਿਆਹ ਉਸ ਨਾਲ ਕਰ ਦੇਵੇ ਤਾਂ ਉਹ ਉਸ ਦਾ ਕਰਜ਼ਾ ਮਾਫ ਕਰ ਦੇਵੇਗਾ। What would have happened if the girl had selected a black pebble in the pebble game? ਕੀ ਹੁੰਦਾ ਜੇਕਰ ਲੜਕੀ ਪੈਬਲ ਗੇਮ ਦੇ ਵਿੱਚ ਕਾਲੇ ਰੰਗ ਦਾ ਪੱਥਰ ਚੁਣਦੀ? She would have become the money lender's wife. ਤਾਂ ਇਸ ਸਥਿਤੀ ਵਿੱਚ ਉਹ ਸ਼ਾਹੂਕਾਰ ਦੀ ਪਤਨੀ ਬਣ ਜਾਂਦੀ and her father's debt would be written off, ਤੇ ਉਸ ਦੇ ਪਿਤਾ ਦਾ ਕਰਜ਼ਾ ਮਾਫ ਹੋ ਜਾਂਦਾ। What trick did the money lender cunningly play to win the game? ਇਸ ਗੇਮ ਨੂੰ ਜਿੱਤਣ ਦੇ ਲਈ ਸ਼ਾਹੂਕਾਰ ਨੇ ਕੀ ਚਲਾਕੀ ਵਰਤੀ? He picked up 2 black pebbles and put them into the bag. ਉਸ ਨੇ 2 ਕਾਲੇ ਰੰਗ ਦੇ ਪੱਥਰ ਚੁੱਕੇ ਅਤੇ ਉਹਨਾਂ ਨੂੰ ਬੈਗ ਦੇ ਵਿੱਚ ਪਾ ਦਿੱਤਾ। What do you understand by the term lateral thinking after reading the chapter? ਇਸ ਚੈਪਟਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ lateral thinking ਦੇ ਬਾਰੇ ਵਿੱਚ ਕੀ ਸਮਝਦੇ ਹੋ? Lateral thinking is a thinking differently or doing something new. ਗੈਰ ਰਵਾਇਤੀ ਸੋਚ ਦਾ ਮਤਲਬ ਕੁਝ ਅਲੱਗ ਸੋਚਣਾ ਜਾਂ ਕੁਝ ਅਲੱਗ ਕੋਈ ਨਵੀਂ ਚੀਜ਼ ਕਰਨਾ। What was Edward D. Bono's notion about lateral thinking? ਐਡਵਰਡ ਡੀ ਬੋਨੋ ਦਾ ਗੈਰ ਰਵਾਇਤੀ ਸੋਚ ਦੇ ਬਾਰੇ ਵਿੱਚ ਕੀ ਵਿਚਾਰ ਸੀ? Lateral thinking is a skill which helps us to use our potential well. ਗੈਰ ਰਵਾਇਤੀ ਸੋਚ ਇੱਕ ਕਲਾ ਹੈ ਜੋ ਸਾਨੂੰ ਆਪਣੀ ਸਮਰੱਥਾ ਨੂੰ ਚੰਗੀ ਤਰ੍ਹਾਂ ਯੂਜ਼ ਕਰਨ ਦੇ ਵਿੱਚ ਹੈਲਪ ਕਰਦੀ ਹੈ।
What was the millionaire's trick in borrowing the loan? ਕਰਜ਼ ਨੂੰ ਉਧਾਰ ਲੈਣ ਦੇ ਵਿੱਚ ਉਸ ਕਰੋੜਪਤੀ ਨੇ ਕੀ ਚਲਾਕੀ ਵਰਤੀ? He got the best safety for his new Ferrari car at a very small amount of interest. ਉਹ ਇੱਕ ਵਿਆਜ ਦੀ ਇੱਕ ਬਹੁਤ ਹੀ ਛੋਟੀ ਜਿਹੀ ਰਕਮ ਤੇ ਆਪਣੀ ਨਵੀਂ ਫੈਰਾਰੀ ਕਾਰ ਨੂੰ ਬੈਂਕ ਦੀ ਅੰਡਰਗਰਾਉਂਡ ਗਰਾਜ ਦੇ ਵਿੱਚ ਪਾਰਕ ਕਰਨ ਦੇ ਵਿੱਚ ਸਫਲ ਹੋਇਆ। ਹਾਊ ਡਿਡ ਦ ਗਰਲ ਇੰਟੈਲੀਜੈਂਟਲੀ ਵਿਨ? ਕਿਸ ਤਰ੍ਹਾਂ ਲੜਕੀ ਨੇ ਬੁੱਧੀਮਤਾ ਦੇ ਨਾਲ ਜਿੱਤ ਪ੍ਰਾਪਤ ਕੀਤੀ? ਦ ਗਰਲ ਲੈਫਟ ਏ ਬਲੈਕ ਪੈਬਲ ਇਨ ਦ ਬੈਗ। ਲੜਕੀ ਨੇ ਬੈਗ ਦੇ ਵਿੱਚ ਕਾਲਾ ਪੱਥਰ ਛੱਡ ਦਿੱਤਾ। ਐਂਡ ਚੇਂਜਡ ਐਨ ਇਮਪੋਸੀਬਲ ਸਿਚੁਏਸ਼ਨ ਇਨਟੂ ਐਨ ਐਕਸਟ੍ਰੀਮਲੀ ਐਡਵਾਂਟੇਜਸ ਵਨ। ਅਤੇ ਉਸਨੇ ਇੱਕ ਅਸੰਭਵ ਜਿਹੀ ਦਿਖਾਈ ਦੇਣ ਵਾਲੀ ਸਥਿਤੀ ਨੂੰ ਇੱਕ ਬਹੁਤ ਹੀ ਲਾਭਦਾਇਕ ਸਥਿਤੀ ਦੇ ਵਿੱਚ ਬਦਲ ਦਿੱਤਾ। ਹਾਊ ਡਿਡ ਲੈਟਰਲ ਥਿੰਕਿੰਗ ਹੈਲਪ ਦ ਮਿਲੇਨੀਅਰ? ਲੈਟਰਲ ਥਿੰਕਿੰਗ ਨੇ ਉਸ ਕਰੋੜਪਤੀ ਦੀ ਕਿਵੇਂ ਸਹਾਇਤਾ ਕੀਤੀ? ਥੋਮਸ ਵਾਸ ਟੂ ਗੋ ਅਬਰੋਡ ਫॉर 2 ਵੀਕਸ। ਥੋਮਸ ਨੇ 2 ਹਫ਼ਤਿਆਂ ਦੇ ਲਈ ਬਾਹਰ ਜਾਣਾ ਸੀ। ਹੀ ਵਾਂਟਡ ਟੂ ਪਾਰਕ ਹਿਜ਼ ਕਾਰ ਸੇਫਲੀ। ਉਹ ਆਪਣੀ ਕਾਰ ਨੂੰ ਸੁਰੱਖਿਅਤ ਢੰਗ ਦੇ ਨਾਲ ਪਾਰਕ ਕਰਨਾ ਚਾਹੁੰਦਾ ਸੀ। ਸੋ ਹੀ ਬਾਰੋਡ ਏ ਪੈਟੀ ਲੋਨ ਆਫ $5,000। ਇਸ ਲਈ ਉਹਨੇ $5,000 ਦੀ ਇੱਕ ਛੋਟੀ ਜਿਹੀ ਰਕਮ ਕਰਜ਼ੇ ਦੇ ਰੂਪ ਵਿੱਚ ਲਈ। ਐਂਡ ਗੋਟ ਦ ਬੈਸਟ ਸੇਫਟੀ ਫॉर ਹਿਜ਼ ਨਿਊ ਫਰਾਰੀ ਕਾਰ ਐਟ ਏ ਵੈਰੀ ਸਮਾਲ ਅਮਾਊਂਟ ਆਫ ਇੰਟਰਸਟ ਇਨ ਦ ਬੈਂਕਸ ਅੰਡਰਗਰਾਊਂਡ ਗੈਰੇਜ। ਅਤੇ ਉਹ ਬੈਂਕ ਦੇ ਅੰਡਰਗਰਾਊਂਡ ਗੈਰੇਜ ਦੇ ਵਿੱਚ ਵਿਆਜ ਦੀ ਇੱਕ ਛੋਟੀ ਜਿਹੀ ਰਕਮ ਦੇ ਬਦਲੇ ਆਪਣੀ ਨਵੀਂ ਫਰਾਰੀ ਕਾਰ ਨੂੰ ਸੁਰੱਖਿਅਤ ਢੰਗ ਦੇ ਨਾਲ ਪਾਰਕ ਕਰਨ ਦੇ ਵਿੱਚ ਸਫਲ ਹੋਇਆ। ਹਾਊ ਡਿਡ ਦ ਮਨੀ ਲੈਂਡਰਸ ਅਟੈਂਪਟਸ ਟੂ ਵਿਨ ਦ ਹੈਂਡ ਆਫ ਦ ਫਾਰਮਰਸ ਡਾਟਰ ਗੋ ਇਨ ਵੇਨ? ਕਿਸ ਤਰ੍ਹਾਂ ਸ਼ਾਹੂਕਾਰ ਦੀ ਕਿਸਾਨ ਦੀ ਲੜਕੀ ਦਾ ਹੱਥ ਜਿੱਤਣ ਦੀ ਕੋਸ਼ਿਸ਼ ਅਸਫਲ ਹੋਈ? The sharp-eyed girl noticed that the cunning moneylender had put 2 black pebbles. ਉਸ ਤੇਜ਼ ਨਜ਼ਰਾਂ ਵਾਲੀ ਲੜਕੀ ਨੇ ਧਿਆਨ ਦਿੱਤਾ ਕਿ ਉਸ ਚਲਾਕ ਸ਼ਾਹੂਕਾਰ ਨੇ ਬੈਗ ਦੇ ਵਿੱਚ 2 ਕਾਲੇ ਰੰਗ ਦੇ ਪੱਥਰ ਪਾਏ। The girl displayed presence of mind. ਲੜਕੀ ਨੇ ਦਿਮਾਗ ਤੋਂ ਕੰਮ ਲਿਆ। She picked the pebble from the bag and let it fall where it got lost among other pebbles. ਉਸ ਨੇ ਬੈਗ ਦੇ ਵਿੱਚੋਂ ਪੱਥਰ ਚੁੱਕਿਆ ਅਤੇ ਬਿਨਾਂ ਉਸ ਵੱਲ ਦੇਖਿਆ ਉਸ ਨੂੰ ਡਿੱਗਣ ਦਿੱਤਾ, ਜਿੱਥੇ ਕਿ ਉਹ ਦੂਸਰੇ ਪੱਥਰਾਂ ਦੇ ਵਿੱਚ ਗੁੰਮ ਹੋ ਗਿਆ। ਨਾਓ ਇਟ ਵਾਜ਼ ਅਜ਼ਿਊਮਡ ਦੈਟ ਸਿੰਸ ਦ ਰਿਮੇਨਿੰਗ ਪੈਬਲ ਇਨ ਦ ਬੈਗ ਵਾਜ਼ ਬਲੈਕ। ਹੁਣ ਇਹ ਮੰਨ ਲਿਆ ਗਿਆ ਕਿ ਜਿਵੇਂ ਕਿ ਬੈਗ ਦੇ ਵਿੱਚ ਬਚਿਆ ਪੈਬਲ ਕਾਲੇ ਰੰਗ ਦਾ ਸੀ, ਸ਼ੀ ਮਸਟ ਹੈਵ ਪਿਕਡ ਦ ਵਾਈਟ ਵਨ, ਤਾਂ ਜ਼ਰੂਰ ਉਸਨੇ ਚਿੱਟੇ ਰੰਗ ਦਾ ਪੱਥਰ ਚੁੱਕਿਆ ਹੋਵੇਗਾ। ਇਨ ਦਿਸ ਵੇ ਹੀ ਫੇਲ ਟੂ ਵਿਨ ਦ ਹੈਂਡ ਆਫ ਫਾਰਮਰਸ ਬਿਊਟੀਫੁਲ ਡਾਟਰ। ਇਸ ਢੰਗ ਦੇ ਨਾਲ ਸ਼ਾਹੂਕਾਰ ਕਿਸਾਨ ਦੀ ਸੁੰਦਰ ਲੜਕੀ ਦਾ ਹੱਥ ਜਿੱਤਣ ਦੇ ਵਿੱਚ ਅਸਫਲ ਹੋਇਆ। ਹਾਊ ਵਾਜ਼ ਲੈਟਰਲ ਥਿੰਕਿੰਗ ਫਰੂਟਫੁਲ ਇਨ ਦ ਫੀਲਡ ਆਫ ਕ੍ਰਿਕਟ? ਲੈਟਰਲ ਥਿੰਕਿੰਗ ਕ੍ਰਿਕਟ ਦੇ ਖੇਤਰ ਵਿੱਚ ਕਿਵੇਂ ਲਾਭਦਾਇਕ ਸਾਬਤ ਹੋਈ? ਲੈਟਰਲ ਥਿੰਕਿੰਗ ਇਜ਼ ਯੂਜ਼ਡ ਇਨ ਸੈਵਰਲ ਫੀਲਡਸ। ਲੈਟਰਲ ਥਿੰਕਿੰਗ ਦੀ ਵਰਤੋਂ ਕਈ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਨ ਦ ਫੀਲਡ ਆਫ ਕ੍ਰਿਕਟ, ਕ੍ਰਿਕਟ ਦੇ ਖੇਤਰ ਵਿੱਚ ਡੇ ਨਾਈਟ ਮੈਚਸ, ਕਲਰਫੁਲ ਬਾਲਸ ਐਂਡ ਕਲੋਥਿੰਗ, 2 different captains for the test and one-day matches and T20 matches, all are the result of lateral thinking and the whole world has adopted the same. ਕ੍ਰਿਕਟ ਦੇ ਖੇਤਰ ਵਿੱਚ ਜਿਵੇਂ ਕਿ ਡੇ ਨਾਈਟ ਮੈਚਸ, ਰੰਗ ਬਰੰਗੀਆਂ ਬਾਲਸ, ਕੱਪੜੇ, ਟੈਸਟ ਅਤੇ ਵਨ-ਡੇ ਮੈਚਸ ਅਤੇ T20 ਮੈਚਸ ਦੇ ਲਈ 2 ਕੈਪਟਨਸ ਦਾ ਹੋਣਾ, ਇਹ ਸਾਰੇ ਨਤੀਜੇ ਜਿਹੜੇ ਆ ਉਹ ਲੈਟਰਲ ਥਿੰਕਿੰਗ ਦੇ ਕਾਰਨ ਹੀ ਸੰਭਵ ਹੋ ਸਕੇ ਅਤੇ ਸਾਰੀ ਦੁਨੀਆ ਨੇ ਇਸ ਨੂੰ ਅਪਣਾਇਆ। ਨਾਓ ਵੀ ਵਿਲ ਡਿਸਕਸ ਦ ਲੌਂਗ ਆਂਸਰ ਟਾਈਪ ਕੁਐਸਚਨਸ। ਰਾਈਟ ਏ ਨੋਟ ਔਨ ਦ ਥੀਮ ਆਫ ਦ ਚੈਪਟਰ ਲੈਟਰਲ ਥਿੰਕਿੰਗ। ਲੈਟਰਲ ਥਿੰਕਿੰਗ ਲੈਸਨ ਦੇ ਇੱਕ ਥੀਮ ਲਿਖੋ। ਦ ਚੈਪਟਰ ਇਜ਼ ਬੇਸਡ ਔਨ ਦ ਆਈਡੀਆ ਆਫ ਲੈਟਰਲ ਥਿੰਕਿੰਗ। ਇਹ ਚੈਪਟਰ ਗੈਰ ਰਵਾਇਤੀ ਸੋਚ ਦੇ ਵਿਚਾਰ ਦੇ ਉੱਪਰ ਆਧਾਰਿਤ ਹੈ। ਲੈਟਰਲ ਥਿੰਕਿੰਗ ਇਜ਼ ਥਿੰਕਿੰਗ ਔਰ ਡੂਇੰਗ ਅ ਥਿੰਕ ਡਿਫਰੈਂਟਲੀ।
ਲੈਟਰਲ ਥਿੰਕਿੰਗ ਦਾ ਮਤਲਬ ਕੁਝ ਅਲੱਗ ਸੋਚਣਾ, ਕੁਝ ਅਲੱਗ ਚੀਜ਼ ਕਰਨੀ। ਇਟ ਇਜ਼ ਕੁਆਇਟ ਨੋਵਲ ਐਂਡ ਅਨਕਨਵੈਨਸ਼ਨਲ ਇਨ ਨੇਚਰ। ਇਹ ਬਿਲਕੁਲ ਹੀ ਨਵਾਂ ਅਤੇ ਗੈਰ ਪਰੰਪਰਾਗਤ ਹੈ। ਦੇਰ ਆਰ ਸਰਟਨ ਕੰਪਲੈਕਸ ਪ੍ਰੋਬਲਮਸ ਵਿਚ ਕੈਨ ਨਾਟ ਬੀ ਸੋਲਵਡ। ਕੁਝ ਜਟਿਲ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੋਲਵ ਨਹੀਂ ਕੀਤਾ ਜਾ ਸਕਦਾ ਵਿਦ ਟ੍ਰੈਡੀਸ਼ਨਲ ਲੌਜੀਕਲ ਥਿੰਕਿੰਗ, ਪਰੰਪਰਾਗਤ ਤਰਕ ਸੰਗਤ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਸੋਲਵ ਨਹੀਂ ਕੀਤਾ ਜਾ ਸਕਦਾ। We can find a solution to such problems with lateral thinking। ਅਸੀਂ ਗੈਰ ਰਵਾਇਤੀ ਸੋਚ ਦੇ ਨਾਲ ਅਜਿਹੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਲੱਭ ਸਕਦੇ ਹਾਂ। In lateral thinking, we using our imagination, we can find new ways of looking at the problems। lateral thinking ਦੇ ਵਿੱਚ ਅਸੀਂ ਆਪਣੀ ਕਲਪਨਾ ਸ਼ਕਤੀ ਦੀ ਵਰਤੋਂ ਕਰਕੇ ਪ੍ਰੋਬਲਮਸ ਨੂੰ ਨਵੇਂ ਤਰੀਕੇ ਦੇ ਨਾਲ ਸੋਲਵ ਕਰ ਸਕਦੇ ਹਾਂ। ਐਪਲੀਕੇਸ਼ਨ ਆਫ ਲੈਟਰਲ ਥਿੰਕਿੰਗ ਕੈਨ ਬੀ ਸੀਨ ਇਨ ਡਿਫਰੈਂਟ ਫੀਲਡਸ। ਲੈਟਰਲ ਥਿੰਕਿੰਗ ਨੂੰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਸੋ ਡੀਅਰ ਸਟੂਡੈਂਟਸ, ਇਹ ਸੀਗਾ ਅੱਜ ਦਾ ਚੈਪਟਰ। ਡੀਅਰ ਸਟੂਡੈਂਟਸ, all these questions are written in a very simple and easy language and also in very short form. All these questions are very important, so don't skip any of these questions. Learn all these questions and also write down them in your notebooks. Thank you very much. Thank you very much, dear students.